ਰਾਜ ਸਦਾ ਸ਼ੈਤਾਨ ਹੀ ਕਰਦੇ ਨੇ। ਸਾਡੇ ਸਮਾਜ ਵਿੱਚ ਸ਼ੈਤਾਨ ਮਨੁੱਖਾਂ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ ਤੇ ਮਾੜਾ ਕਿਹਾ ਵੀ ਜਾਂਦਾ, ਤਾਨੇ ਮਿਹਣੇ ਦਿੱਤੇ ਜਾਂਦੇ ਨੇ। ਪਰ ਜੀਵਨ ਦੀ ਸੱਚਾਈ ਤਾਂ ਇਹ ਹੈ ਕਿ ਰਾਜ ਸ਼ੈਤਾਨ ਹੀ ਕਰਦੇ ਨੇ, ਭੋਲੇ ਤਾਂ ਪਰਜਾ ਹੀ ਰਹਿੰਦੇ ਹਨ। ਪ੍ਰਤੱਖ ਪ੍ਰਮਾਣ ਹੈ, ਸਾਰੇ ਜੀਵਾਂ ਵਿੱਚੋਂ ਸਭ ਤੋਂ ਵੱਧ ਸ਼ੈਤਾਨ ਹੋਣ ਕਰਕੇ ਹੀ ਬਾਕੀ ਸਾਰੀਆਂ ਜਾਤੀਆਂ ਪ੍ਰਜਾਤੀਆਂ ਉੱਤੇ ਮਨੁੱਖ ਰਾਜ ਕਰਦਾ। ਅੱਗੋਂ ਮਨੁੱਖਾਂ ਵਿੱਚੋਂ ਜਿਹੜੇ ਮਨੁੱਖ ਵੱਧ ਸ਼ੈਤਾਨ ਹੁੰਦੇ ਹਨ ਉਹ ਬਾਕੀ ਮਨੁੱਖਾਂ ਉੱਤੇ ਰਾਜ ਕਰਦੇ ਹਨ। ਬਹੁਤ ਸਾਦੀ ਜਿਹੀ ਗੱਲ ਹੈ। ਇਸ ਕਰਕੇ ਰਾਜ ਤਾਂ ਸਦਾ ਸ਼ੈਤਾਨ ਹੀ ਕਰਦੇ ਹਨ। ਵਿਆਖਿਆ: ਸ਼ੈਤਾਨ ਕੌਣ ਹੁੰਦੇ ਹਨ? ਲਾਲਚੀ, ਝੂਠੇ, ਫਰੇਬੀ, ਬੇਈਮਾਨ, ਅਤਿਆਚਾਰੀ ਆਦਿ ਸੁਭਾਅ ਵਾਲੇ ਲੋਕ। ਭਾਵੇਂ ਸਾਡਾ ਸਮਾਜ ਉਪਰੋਕਤ ਕੰਮਾਂ ਨੂੰ ਔਗਣ ਮੰਨਦਾ ਹੈ, ਪਰ ਸੱਚ ਤਾਂ ਇਹ ਹੈ ਕਿ ਇਹਨਾਂ ਕੰਮਾਂ ਤੋਂ ਬਿਨਾਂ ਅੱਜ ਤੱਕ ਨਾ ਕਿਸੇ ਰਾਜ ਲਿਆ ਤੇ ਨਾ ਕਿਸੇ ਰਾਜ ਕੀਤਾ ਅਤੇ ਨਾ ਹੀ ਕਰ ਸਕਦਾ ਹੈ। ਕਦੀ ਕਦੀ ਗਲਤੀ ਨੂੰ ਭੁਲੇਖਾ ਲੱਗ ਸਕਦਾ ਹੈ। ਕਿਸੇ ਕਾਰਨ ਜੇ ਕਿਸੇ ਰਾਜੇ ਦੇ ਉਪਰੋਕਤ ਕੰਮ ਲੁਕ ਜਾਣ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਰਾਜੇ ਵਿੱਚ ਉਪਰੋਕਤ ਦੱਸੇ ਇਹ ਔਗਣ ਨਹੀਂ ਸਨ ਜਾਂ ਨਹੀਂ ਹਨ। ਲਾਲਚ, ਝੂਠ, ਫਰੇਬ, ਬੇਈਮਾਨੀ, ਅਤਿਆਚਾਰ ਆਦਿ ਸਾਰੇ ਕੰਮ ਰਾਜਨੀਤੀ ਦਾ ਅਟੁੱਟ ਅੰਗ ਹਨ। ਐਸੇ ਕੰਮ ਕਰਕੇ ਹੀ ਰਾਜਨੀਤੀ ਕਰਨ ਵਾਲੇ ਸ਼ੈਤਾਨ ਮਨੁੱਖ ਸਾਡੇ ਉੱਪਰ ਰਾਜ ਕਰਦੇ ਹਨ। ਅੱਜ ਕੱਲ੍ਹ ਦਸਮ ਬਾਣੀ ਤੇ ਬਹੁਤ ਵਿਵਾਦ ਚੱਲਦਾ ਪਿਆ। ਕੁਛ ਹੱਕ 'ਚ ਨੇ, ਕੁਛ ਵਿਰੋਧ ਵਿੱਚ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਵਿਦਿਆ ਦੇ ਦਾਤੇ ਸਨ। ਉਸ ਤੋਂ ਪਹਿਲਾਂ ਸਿੱਖਾਂ ਵਿੱਚ ਐਸਾ ਵਿਦਿਆ ਦਾ ਪ੍ਰਚਾਰ ਪ੍ਰਸਾਰ ਕਦੀ ਨਹੀਂ ਹੋਇਆ। ਦਸਮ ਗ੍ਰੰਥ ਸਾਹਿਬ ਜੀ ਦੇ ਉੱਤੇ ਵਿਵਾਦ ਕਰਕੇ ਆਪਾਂ ਆਪਣਾ ਸਮਾਂ ਅਤੇ ਸ਼ਕਤੀ ਨਸ਼ਟ ਕਰਨ ਦੀ ਬਜਾਏ ਆਪਾਂ ਇਹ ਕਹਿਣਾ ਸ਼ੁਰੂ ਕਰ ਦਈਏ ਕਿ ਸੱਚੇ ਪਾਤਸ਼ਾਹ ਜੀ ਨੇ ਆਪ ਬਾਣੀ ਰਚੀ ਅਤੇ ਰਚਵਾਈ। ਆਪੋ ਆਪਣੇ ਵਿਸ਼ਵਾਸ ਅਨੁਸਾਰ ਜਿਹਦਾ ਜਿਵੇਂ ਜੀ ਕਰਦਾ ਉਹ ਮੰਨੀ ਜਾਵੇ ਨਾ। ਵਿਵਾਦ ਨਾ ਕਰੀਏ, ਕਿਉਂਕਿ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਵਾਦ ਵਿਵਾਦ ਕਾਹੂ ਸਿਉ ਨਾ ਕੀਜੈ। ਆਪਾਂ ਇਸ ਬਚਨ ਨੂੰ ਮੰਨ ਕੇ ਇਸ ਵਿਵਾਦ ਨੂੰ ਛੱਡੀਏ ਤੇ ਉਹਦੀ ਥਾਂ ਤੇ ਆਪਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਇੰਨੀ ਉੱਤਮ ਕਵਿਤਾ ਹੈ ਤੇ ਇੰਨੀ ਵਿਦਿਆ ਭਰਪੂਰ ਹੈ, ਉਸ ਗੱਲ ਨੂੰ ਲਈਏ। ਆਪਾਂ ਵੀ ਉਸੇ ਤਰ੍ਹਾਂ ਦੀ ਵਧੀਆ ਕਵਿਤਾ ਰਚੀਏ, ਰਚਵਾਈਏ ਅਤੇ ਆਪਣੇ ਦਸਵੇਂ ਗੁਰੂ ਦੇ ਪੂਰਨਿਆਂ ਤੇ ਚੱਲਦੇ ਹੋਏ ਬਾਕੀ ਭਾਰਤ ਵਾਸੀਆਂ ਨੂੰ ਵੀ ਆਪਾਂ ਵਿਦਵਾਨ ਬਣਾਈਏ। ਆਪਾਂ ਉਹਨਾਂ ਨੂੰ ਵਿਦਿਆ ਦਾ ਦਾਨ ਦੇਈਏ। ਸਾਰੇ ਹੀ ਸਿੱਖ ਵੀਰ ਕਿੱਸਾਧਾਰੀ ਅਤੇ ਕੇਸ ਰਹਿਤ, ਉਹ ਸਾਰੇ ਹੀ ਇੱਕ ਇੱਕ ਘੰਟਾ ਹਰ ਰੋਜ਼ ਕੱਢ ਕੇ ਆਪਣੇ ਭਾਰਤ ਵਾਸੀ ਅਨਪੜ੍ਹ ਵੀਰਾਂ ਨੂੰ ਜੇ ਆਪਾਂ ਵਿਦਿਆ ਦਾਨ ਦੇਣਾ ਸ਼ੁਰੂ ਕਰੀਏ, ਆਪਾਂ ਤਾਂ ਇੱਕ ਸਾਲ ਦੇ ਵਿੱਚ ਹੀ ਕਰੋੜਾਂ ਲੋਕਾਂ ਨੂੰ ਵਿਦਿਆ ਪੜ੍ਹਾ ਦਿਆਂਗੇ। ਉਹਦੇ ਨਾਲ ਦਸਵੇਂ ਪਾਤਸ਼ਾਹ ਜੀ ਦੀ ਸਾਨੂੰ ਅਪਾਰ ਖੁਸ਼ੀਆਂ ਮਿਲਣਗੀਆਂ। ਭਾਰਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਪੜ੍ਹਿਆ ਲਿਖਿਆ ਹੋ ਜਾਏਗਾ। ਅਨਪੜ੍ਹਤਾ ਸਮਾਪਤ ਹੋਏਗੀ। ਅਨਪੜ੍ਹਤਾ ਨਾਲ ਹੀ ਸਾਡੇ ਦੇਸ਼ ਦੀ ਗਰੀਬੀ ਵੀ ਸਮਾਪਤ ਹੋ ਜਾਵੇਗੀ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਦਸਮ ਬਾਣੀ ਤੇ ਵਿਵਾਦ ਨਾ ਕਰਕੇ ਇਹ ਕਹਿ ਕੇ ਚੱਲੀਏ ਸੱਚੇ ਪਾਤਸ਼ਾਹ ਬਾਣੀ ਰਚੀ ਅਤੇ ਰਚਵਾਈ। ਉਹਦੇ ਚੋਂ ਮੈਂ ਇੰਨੀ ਕੁ ਨੂੰ ਮੰਨਦਾ, ਇੰਨੀ ਨੂੰ ਮੈਂ ਨਹੀਂ ਮੰਨਦਾ। ਉਹ ਸਾਡੇ ਵਿਦਿਆ ਦਾਤੇ ਸਨ। ਇਸ ਕਰਕੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੀ ਖੁਸ਼ੀ ਵਾਸਤੇ ਵਧੀਆ ਕਵਿਤਾ ਰਚਨੀ ਸ਼ੁਰੂ ਕਰਦੇ ਹਾਂ ਅਤੇ ਹੋਰ ਲੋਕਾਂ ਨੂੰ ਅਸੀਂ ਵਿਦਿਆ ਪੜ੍ਹਾ ਰਹੇ ਹਾਂ। ਜੇ ਇਹ ਕਰੋਗੇ ਤਾਂ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਆਪ ਜੀ ਤੇ ਅਪਾਰ ਖੁਸ਼ੀਆਂ ਕਰਨਗੇ। ਕਰਕੇ ਵੇਖੋ, ਜੇ ਕੋਈ ਘਾਟਾ ਪਵੇਗਾ ਤਾਂ ਮੇਰੇ ਤੋਂ ਲੈ ਲਿਓ ਜੀ। ਮਨੁੱਖ ਦਾ ਸੁਭਾਅ ਹੈ ਕਿ ਉਹ ਚੜ੍ਹਾਈ ਕਰ ਗਏ ਮਹਾਂਪੁਰਖਾਂ ਨੂੰ ਜਾਂ ਕਿਸੇ ਜੜ ਵਸਤੂ ਨੂੰ ਪੂਜ ਕੇ ਬਹੁਤ ਸੰਤੁਸ਼ਟ ਹੁੰਦਾ ਹੈ। ਪਰ ਜਿਉਂਦੇ ਮਹਾਂਪੁਰਖਾਂ ਨੂੰ ਪੂਜ ਕੇ ਮਨੁੱਖ ਘੱਟ ਹੀ ਸੰਤੁਸ਼ਟ ਹੁੰਦਾ ਹੈ। ਸਾਰੇ ਸੰਸਾਰ ਵਿੱਚ ਮਨੁੱਖੀ ਸੁਭਾਅ ਐਸਾ ਹੀ ਹੈ। ਇਸ ਸੁਭਾਅ ਨੂੰ ਬਦਲਣ ਦੀ ਲੋੜ ਹੈ। ਆਪ ਜੀ ਨੂੰ ਅੱਗੇ ਕੁਝ ਬੇਨਤੀਆਂ ਕੀਤੀਆਂ ਸਨ ਕਿ ਜੀਵਨ ਸੁਖੀ ਕਿਵੇਂ ਚੱਲੇ। ਧਰਮੀਆਂ
ਤੇ ਧਰਮੀ ਦਾ ਮਤਲਬ ਹੈ ਕਿ ਧਰਮ ਨੂੰ ਧਾਰਨ ਕਰਕੇ ਸਾਡਾ ਜੀਵਨ ਸੁਖੀ ਚੱਲੇ। ਉਹਦੇ ਵਿੱਚ ਕੁਝ ਆਪ ਜੀ ਨੂੰ ਨੁਕਤੇ ਮੈਂ ਧਿਆਨ ਚ ਕਰਵਾਏ ਸਨ, ਉਹ ਨੁਕਤਿਆਂ ਨੂੰ ਵਰਤ ਕੇ ਸਾਡਾ ਜੀਵਨ ਸੁਖੀ ਹੋ ਸਕਦਾ। ਉਸੇ ਤਰ੍ਹਾਂ ਦਾ ਰਲਦਾ ਮਿਲਦਾ ਇੱਕ ਨੁਕਤਾ ਆਪ ਜੀ ਨੂੰ ਹੋਰ ਧਿਆਨ ਚ ਕਰਵਾਉਣ ਲੱਗਾ। ਆਪ ਜੀ ਨੂੰ ਬੇਨਤੀ ਹੈ, ਮੇਰੀ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ। ਜੀ ਕਰੇਗਾ ਮੰਨੋ, ਜੀ ਕਰੇਗਾ ਨਾ ਮੰਨਿਓ ਜੀ, ਪਰ ਥੋੜੀ ਥੋੜੀ ਜਿਹੀ ਵੀ ਜੇ ਮੰਨ ਲਓਗੇ ਤੇ ਉਹਦਾ ਲਾਭ ਹੋ ਜਾਏ, ਨੁਕਸਾਨ ਨਹੀਂ ਹੋਣ ਲੱਗਾ। ਜਿਸ ਤਰ੍ਹਾਂ ਆਪ ਜੀ ਨੂੰ ਲੋੜ ਹੈ ਕਿ ਮਿੱਠਾ ਬੋਲਣਾ, ਨਿਮਰਤਾ ਰੱਖਣੀ ਤੇ ਖਿਮਾ ਕਰ ਦੇਣਾ। ਨਿਵਣ ਸੋ ਅੱਖਰ ਖਿਮਟ ਗੁਣ ਜੇ ਬਾ ਮਣੀਆਂ। ਉਸੇ ਹੀ ਤਰ੍ਹਾਂ ਇੱਕ ਛੋਟੀ ਜਿਹੀ ਚੀਜ਼ ਹੋਰ ਵੀ ਆਪਣੇ ਜੀਵਨ ਚ ਅਪਣਾਉਣ ਦੀ ਲੋੜ ਹੈ। ਉਹ ਹੈਗੀ ਹੈ ਕਿ ਕੋਈ ਵੀ ਸਾਨੂੰ ਕੰਮ ਕਹਿੰਦਾ ਸਾਡਾ ਵੱਡਾ, ਖਾਸ ਕਰਕੇ ਵੱਡਿਆਂ ਦੀ ਗੱਲ ਹੈ, ਛੋਟਾ ਵੀ ਕਵੇ, ਕਿਸੇ ਨੂੰ ਨਾ ਕਰੋ ਕਿ ਨਹੀਂ ਮੈਂ ਨਹੀਂ ਇਹ ਕਰਨਾ, ਮੇਰੇ ਤੋਂ ਨਹੀਂ ਹੁੰਦਾ। ਵਧੀਆ ਤੇ ਗੱਲ ਇਹ ਹੈਗੀ ਹੈ ਕਿ ਉਹਨੂੰ ਕਹਿ ਦਈਏ ਹਾਂਜੀ ਹਾਂਜੀ ਠੀਕ ਹੈ ਜੀ ਕਰਦਾ ਜੀ, ਜੇ ਕਰ ਸਕੀਏ ਤੇ ਕਰ ਲਈਏ, ਨਹੀਂ ਤੇ ਇੱਕ ਵਾਰੀ ਹਾਂਜੀ ਜ਼ਰੂਰ ਕਰ ਦਿਓ। ਜੇ ਇੱਕ ਵਾਰੀ ਹਾਂਜੀ ਨਹੀਂ ਵੀ ਕਰਨਾ ਤਾਂ ਗੋਲ ਮੋਲ ਜੀ ਗੱਲ ਕਰਕੇ ਚੁੱਪ ਹੋ ਜਾਓ। ਕਿਉਂਕਿ ਮਨੁੱਖੀ ਸੁਭਾਅ ਐਸਾ ਹੈ ਕਿ ਕੋਈ ਵੀ ਮਨੁੱਖ, ਬੱਚੇ ਤੋਂ ਲੈ ਕੇ ਬੁੱਢੇ ਤੱਕ, ਗਰੀਬ ਤੋਂ ਲੈ ਕੇ ਅਮੀਰ ਤੱਕ, ਕੋਈ ਵੀ ਨਾ ਨਹੀਂ ਸੁਣਨੀ ਪਸੰਦ ਕਰਦਾ ਕਿ ਮੇਰੀ ਗੱਲ ਨੂੰ ਕਿਸੇ ਨੇ ਨਾ ਕੀਤੀ। ਜਿਹੜਾ ਕੋਈ ਵੱਡਾ ਹੋਵੇ, ਅਫਸਰ ਹੋਵੇ, ਕੋਈ ਘਰ ਦਾ ਵੱਡਾ ਹੋਵੇ, ਉਹ ਤਾਂ ਬਿਲਕੁਲ ਹੀ ਨਹੀਂ, ਨਾ ਸੁਣ ਹੀ ਨਹੀਂ ਸਕਦਾ, ਕਿਸੇ ਕੀਮਤ ਤੇ ਨਹੀਂ ਸੁਣ ਸਕਦਾ। ਇਸ ਕਰਕੇ ਨਾ ਕਰੋ ਕਿ ਨਹੀਂ ਮੈਂ ਨਹੀਂ ਇਹ ਕੰਮ ਕਰਨਾ। ਹਾਂਜੀ ਠੀਕ ਹੈ ਜੀ, ਜੋ ਤੁਸੀਂ ਆਖਿਆ ਜੀ ਬਿਲਕੁਲ ਠੀਕ ਹੈ ਜੀ। ਜੇ ਪੂਰਾ ਠੀਕ ਨਹੀਂ ਤੇ ਅੱਧਾ ਵੀ ਠੀਕ ਹੋਵੇ ਤਾਂ ਵੀ ਗੋਲ ਮੋਲ ਦੀ ਗੱਲ ਕਰਕੇ, ਜੇ ਆਪਾਂ ਨਹੀਂ ਵੀ ਮੰਨਣਾ ਤਾਂ ਹਾਂਜੀ ਹਾਂਜੀ ਕਰ ਛੱਡੀਏ। ਅੱਧੀਆਂ ਗੱਲਾਂ ਤਾਂ ਕਹਿਣ ਵਾਲੇ ਨੂੰ ਉਂਝ ਹੀ ਭੁੱਲ ਜਾਂਦੀਆਂ ਨੇ, ਕੁਛ ਚਿਰ ਬਾਅਦ ਉਹਨੂੰ ਚੇਤਾ ਹੀ ਨਹੀਂ ਰਹਿੰਦਾ ਕਿ ਮੈਂ ਕੀ ਆਖਿਆ ਸੀ ਤੈਨੂੰ। ਤੇ ਜੇ ਕਿਤੇ ਚੇਤਾ ਰਹਿ ਵੀ ਗਿਆ, ਅੱਜ ਮੈਨੂੰ ਤਾਂ ਚੇਤਾ ਭੁੱਲ ਗਿਆ ਸੀ, ਜਾਂ ਫਿਰ ਜੇ ਤੁਸੀਂ ਨਾ ਵੀ ਕਰਨੀ ਹੋਵੇ ਤਾਂ ਕੁਝ ਸਮਾਂ ਪਾ ਕੇ ਉਹਨਾਂ ਨੂੰ ਆਖੋ ਜੀ ਕਿ ਆਹ ਮਜਬੂਰੀ ਹੈ, ਐਸ ਕਰਕੇ ਇਸ ਤਰ੍ਹਾਂ, ਜਾਂ ਮੇਰਾ ਮਨ ਨਹੀਂ ਮੰਨਦਾ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕੋਈ ਤਰੀਕਾ ਹੋਰ ਬਣਾ ਲਈਏ, ਇਹ ਕੰਮ ਮੇਰੇ ਤੋਂ ਹੋਣਾ ਨਹੀਂ, ਭਾਰ ਜ਼ਿਆਦਾ ਚੁੱਕਿਆ ਨਹੀਂ ਜਾਣਾ, ਮੈਂ 4 ਕਿਲੋ ਚੁੱਕ ਸਕਦਾ, 6 ਕਿਲੋ ਮੇਰੇ ਤੋਂ ਨਹੀਂ ਚੁੱਕਿਆ ਜਾਣਾ, ਜਾਂ ਇਹ ਕੰਮ ਕੀਤਿਆਂ ਸਾਨੂੰ ਨੁਕਸਾਨ ਆਉਣਾ। ਤੱਤ ਫੱਟ ਅੱਗੋਂ ਕੋਈ ਵੀ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਕਿ ਜੋ ਮੈਂ ਆਖਿਆ ਉਹ ਮੇਰਾ ਆਖਿਆ ਪੂਰਾ ਨਾ ਹੋਵੇ। ਇਹ ਮੇਰੀ ਗੱਲ ਸ਼ਾਇਦ ਆਪ ਜੀ ਨੂੰ ਨਾ ਵੀ ਚੰਗੀ ਲੱਗੇ, ਪਰ ਇਹ ਜੀਵਨ ਦੀ ਬੜੀ ਵੱਡੀ ਸੱਚਾਈ ਹੈ। ਮੈਂ ਆਪ ਜੀ ਨੂੰ ਇਹ ਇਸ ਕਰਕੇ ਨਹੀਂ ਦੱਸ ਰਿਹਾ ਕਿ ਆਪ ਜੀ ਦੇ ਜੀਵਨ ਦੇ ਵਿੱਚ ਵਿਘਨ ਪਵੇ ਤੇ ਜਾਂ ਆਪ ਜੀ ਪੁੱਠੇ ਕੰਮ ਕਰਨੇ ਸ਼ੁਰੂ ਕਰੋ, ਝੂਠ ਬੋਲੋ, ਚਾਲਾਂ ਚਲੋ, ਇਸ ਕਰਕੇ ਨਹੀਂ ਦੱਸ ਰਿਹਾ। ਇਸ ਕਰਕੇ ਦੱਸ ਰਿਹਾ ਕਿ ਇਹ ਜੀਵਨ ਦੀ ਲੋੜ ਹੈ ਔਰ ਜੀਵਨ ਦੀ ਸੱਚਾਈ ਹੈ। ਇਸ ਕਰਕੇ ਇਸ ਚੀਜ਼ ਨੂੰ ਥੋੜਾ ਅਪਣਾਉਣ ਦੀ ਇੱਕ ਆਦਤ ਬਣਾਓ। ਤੁਸੀਂ ਕਰਕੇ ਵੇਖੋ ਕਿ ਜੇ ਕਿਸੇ ਨੇ ਤੁਹਾਨੂੰ ਆਖਿਆ ਕਿ ਆਹ ਕੰਮ ਕਰ ਦੇ, ਹਾਂਜੀ ਬਾਪੂ ਜੀ ਬਿਲਕੁਲ ਠੀਕ ਹੈ ਜੀ, ਕਰਦੀ ਹਾਂ ਜੀ ਮਾਤਾ ਜੀ, ਹੁਣੇ ਕਰ ਦੂੰ। ਮੁੜ ਕੇ ਕੀਤਾ ਜਾਂ ਨਾ ਕੀਤਾ, ਕੁਛ ਕਰ ਲਿਆ, ਅੱਧਾ ਕਰ ਲਿਆ, ਥੋੜਾ ਕਰ ਲਿਆ, 2 ਮਿੰਟ ਠਹਿਰ ਕੇ ਕਹਿ ਲਿਆ ਜੀ ਮੇਰੇ ਤੋਂ ਹੋਣਾ ਨਹੀਂ ਜੀ, ਮੇਰੀ ਸਿਹਤ ਨਹੀਂ ਠੀਕ, ਉਹ ਗੱਲ ਹੋ ਜਾਏ। ਤੱਤ ਫੱਟ ਕੋਸ਼ਿਸ਼ ਕਰੋ ਕਿ ਉੱਤਰ ਅੱਗੋਂ ਨਾ ਕੀਤੀ ਜਾਵੇ। ਇਹ ਕਰੋ ਔਰ ਜਿਹੜੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਸੀ ਉਹ ਵੀ ਧਿਆਨ ਚ ਕਰੋ, ਉਹਨਾਂ ਨੂੰ ਜੀਵਨ ਚ ਅਪਣਾਓ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡਾ ਸਾਰਿਆਂ ਦਾ ਪਰਿਵਾਰਕ ਜੀਵਨ ਸੁਖੀ ਚੱਲੇ। ਇਹਨਾਂ ਸ਼ਬਦਾਂ ਨਾਲ ਹੀ ਸਮਾਪਤ ਕਰਦਾ। ਸਤਿ ਸ੍ਰੀ ਅਕਾਲ। ਕਿਸੇ ਦੀ ਬੁਰਾਈ ਨਾ ਵੇਖੀਏ, ਸਾਨੂੰ ਹਰ ਕਿਸੇ ਦੀ ਚੰਗਿਆਈ, ਚੰਗੇ ਗੁਣ ਵੇਖਣੇ ਚਾਹੀਦੇ ਹਨ। ਕਿਸੇ ਦੀਆਂ ਬੁਰਾਈਆਂ ਨਹੀਂ ਵੇਖਣੀਆਂ ਚਾਹੀਦੀਆਂ। ਬੁਰਾਈਆਂ ਤਾਂ ਆਪਣੇ ਅੰਦਰ ਹੀ ਬਹੁਤ ਹੁੰਦੀਆਂ ਹਨ। ਆਪਣੀਆਂ ਬੁਰਾਈਆਂ ਨੂੰ ਲੱਭ ਕੇ ਉਹਨਾਂ ਨੂੰ ਦੂਰ ਕਰਨ ਦੇ ਯਤਨ ਕਰੀਏ। ਸਿੱਖ ਪੰਥ ਦੇ ਸਾਰੇ ਵਿਦਵਾਨਾਂ, ਪ੍ਰਚਾਰਕਾਂ, ਜਥੇਦਾਰ ਸਾਹਿਬਾਨ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ, ਕਿਰਪਾ ਕਰਕੇ ਨਫ਼ਰਤ ਦੀ ਜੋ ਪ੍ਰੇਰਨਾ ਸੰਗਤ ਨੂੰ ਆਪ ਜੀ ਵੱਲੋਂ ਦਿੱਤੀ ਜਾ ਰਹੀ ਹੈ, ਉਹ ਪ੍ਰੇਰਨਾ ਕਿਰਪਾ ਕਰਕੇ ਬੰਦ ਕਰੋ ਅਤੇ ਪ੍ਰੇਮ ਕਰਨ ਦੀ ਪ੍ਰੇਰਨਾ ਦਿਓ, ਮਿੱਠਾ ਬੋਲਣ ਦੀ ਪ੍ਰੇਰਨਾ ਦਿਓ। ਸਿੱਖ ਪੰਥ ਨੂੰ ਪ੍ਰੇਮ ਨਾਲ ਹੀ ਵਧਾਇਆ ਜਾ ਸਕਦਾ ਹੈ, ਨਫ਼ਰਤ ਨਾਲ ਤਾਂ ਸਿੱਖ ਪੰਥ ਨੂੰ ਘਟਾਇਆ ਜਾ ਸਕਦਾ ਹੈ। ਅੱਗੇ ਸਾਡੀ ਨਫ਼ਰਤ ਕਰਨ ਕਰਕੇ ਹੀ ਸਿੱਖ ਪੰਥ ਚੋਂ ਬਹੁਤ ਲੋਕ ਸਾਡੇ ਤੋਂ ਦੂਰ ਹੋ ਗਏ ਨੇ। ਇਸ ਕਰਕੇ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰੋ ਅਤੇ ਵਿਸ਼ੇਸ਼ ਰੂਪ ਵਿੱਚ ਭਾਰਤ ਸਰਕਾਰ ਦੇ ਖਿਲਾਫ, ਹਿੰਦੂਆਂ ਦੇ ਖਿਲਾਫ ਸਿੱਖਾਂ ਨੂੰ ਭੜਕਾਉਣਾ ਬੰਦ ਕਰੀਏ ਤੇ ਪ੍ਰੇਮ ਕਰਕੇ ਸਾਰੇ ਹਿੰਦੂਆਂ ਨੂੰ, ਸਾਰੇ ਭਾਰਤ ਦੇਸ਼ ਨੂੰ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਲਾ ਕੇ ਸਿੱਖ ਬਣਾਉਣ ਦੀ ਕੋਸ਼ਿਸ਼ ਕਰੀਏ
ਇਹ ਪ੍ਰੇਰਨਾ ਦਿਓ ਕਿ ਆਪਾਂ ਸਿੱਖ ਬਣਾਉਣਾ ਸਾਰਿਆਂ ਨੂੰ। ਨਫ਼ਰਤ ਦੀ ਪ੍ਰੇਰਨਾ ਕਿਰਪਾ ਕਰਕੇ ਬੰਦ ਕਰੋ ਜੀ। भगवान श्री रामचंद्र जी सिर्फ हिंदुओं के ही नहीं, वह तो सभी भारतीयों के हैं तथा भारतीय संस्कृति के प्रतीक हैं। भारत जीता है राम जी के नाम पर। इसलिए सिख भाइयों, राम मंदिर का खुलकर समर्थन कीजिए। राम मंदिर का विरोध करने से पहले, बाबरी मस्जिद का पक्ष लेने से पहले कृपया गुरुवाणी में लिखे हुए गुरु वाक पर विचार कीजिए। श्री गुरु नानक देव जी ने अपनी रचना से उच्चारण किया हुआ है, देवल देवत्या कर लागा ऐसी कीरत चाली। भाव, मुगल राजाओं ने भारतवासियों हिंदुओं पर इतने जुल्म किए कि मंदिरों पर टैक्स लगा दिया। ठाकुर द्वारे ढाह के तह ठौड़ी मसीत उसार, मंदिर गिराकर वहां पे मसीत बनाई। गुरुवाणी में जिन अत्याचारी मुगल राजाओं का विरोध करके गुरुजी ने उनके अत्याचारों का वर्णन किया है तथा भारतवासियों का समर्थन किया है। जब आप बाबरी मस्जिद का समर्थन करते हैं तथा राम मंदिर का विरोध करते हैं तो क्या अपने आप को आप सिख समझते हैं? बाबरी मस्जिद मुसलमानों की मस्जिद नहीं थी, वो तो एक राजा के नाम पर मस्जिद बनी थी जो कि राम मंदिर को गिराकर बनी थी। इसी प्रकार के हजारों मंदिर मुगल राजाओं ने गिराए हैं, जिसके बारे में गुरुवाणी में लिखा है, ठाकुर द्वारे ढाह के तिह ठौड़ी मसीत उसारा। उसी स्थान पर मस्जिद बना दी मुगल राजाओं ने। और आप कहते हैं कि बाबरी मस्जिद ठीक बनी थी तथा राम मंदिर बनना गलत है। ये आपको विचारने योग्य है कि गुरुवाणी आशय के विरुद्ध जाकर ऐसी बातें करना सिखों के लिए योग है कि नहीं है। अभी भी यदि आप मुगल राजाओं के जुल्मों का समर्थन करते हैं और अपने आप को आप सिख समझते हैं तो गुरुवाणी के विरुद्ध जाकर आप अपने आप को सिख कैसे कह सकते हैं? जिन मुगल राजाओं ने राम मंदिर गिराया था, उन्हीं मुगल राजाओं ने हरमंदिर साहब भी 3 बार गिराया था। वहाँ पे हमने उनको मस्जिद बनाने का समय ही नहीं दिया, इतने उन पे आक्रमण करते रहे। एक बार वहाँ पे हरमंदिर साहब सरोवर में उन्होंने गाय काट कर गाय का खून डाला, बरूद लगाकर हरमंदिर साहब को पूरे को उड़ा दिया। पे मस्से रंगड़ ने हरमंदिर साहब वाले स्थान पे कंजरियों का नृत्य करवाया। भाई सुखा सिंह, भाई मेहताब सिंह जी ने उसका सिर काट के उस स्थान को फिर वापस आजाद करवाया और हमने वहाँ पे फिर हरमंदिर साहब बनाया। यदि हमारा वहाँ पे हरमंदिर बनाना उचित है तो इसी प्रकार से राम मंदिर बनाना भी पूर्ण रूप से उचित है। 30 नवंबर 1858 ईस्वी को अयोध्या में धर्म रक्षक योधे निहंग सिंहों द्वारा बाबरी मस्जिद गिराकर वहां पे राम मंदिर बनाने का प्रयत्न करने के विरुद्ध वहां पे जो FIR हुई थी, उससे ये प्रत्यक्ष होता है सिख पंथ बाबरी मस्जिद के मूल रूप से विरुद्ध था तथा राम मंदिर बनाने के पक्ष में था। ये तो जब ईसाई अंग्रेजों ने हमारे सिखों के आगुओं को खरीदकर सिख पंथ की सोच परिवर्तित कर दी और उनको हिंदुओं के विरुद्ध खड़े कर दिया, उसके उपरांत ही सिख बाबरी मस्जिद का पक्ष लेने लगे तथा राम मंदिर का विरोध करने लगे। नहीं तो मूल रूप से सिख तो राम मंदिर के पक्ष में प्रारंभ से ही थे। इसलिए मेरी आप सबको विनती है कि आप सब राम मंदिर का समर्थन कीजिए। ਅੱਜ ਆਪਾਂ ਨੂੰ ਲੋੜ ਹੈ ਸਕਲ ਜਗਤ ਮੋ ਖਾਲਸਾ ਪੰਥ ਗਾਜੈ, ਸੱਚੇ ਪਾਤਸ਼ਾਹ ਦੇ ਇਸ ਬਚਨ ਨੂੰ ਪੂਰਾ ਕਰਨ ਦੀ ਲੋੜ ਹੈ। ਗੁਰੂ का ਬਚਨ ਪੂਰਾ ਉਹਦੇ ਸੇਵਕਾਂ ਨੇ ਹੀ ਕਰਨਾ ਹੈ। ਸਾਰੇ ਸੰਸਾਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਰਾਜ ਕਾਇਮ ਕਰਨਾ ਹੈ। ਕਿਸੇ ਨੂੰ ਅਸੀਂ मारना नहीं, किसी का गल वढ़ के नहीं, सेवा करके प्रेम नाल प्रचार करके
ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਦਾ ਹੋਇਆ, ਈਸਾ ਜੀ ਦਾ ਹੋਇਆ। ਉਸ ਤੋਂ ਹੋਰ ਵੀ ਵਧੀਆ ਤਰੀਕੇ ਬਣਾ ਕੇ ਆਪਾਂ ਕਰਨਾ। ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ, ਸਾਰੇ ਹੀ ਸਿੱਖ ਭਰਾਵਾਂ ਨੂੰ ਬੇਨਤੀ ਹੈ, ਜਿੱਥੇ ਜਿੱਥੇ ਕੋਈ ਹੈਗਾ ਆਪਣੇ ਨੌਕਰਾਂ ਚਾਕਰਾਂ ਸੱਜਣਾ ਮਿੱਤਰਾਂ ਨੂੰ ਸਭ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨੀ ਲਾਓ, ਆਪਣਾ ਪੰਥ ਵਧਾਓ।